ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਚਰਚਾ ਦੇ ਵਿੱਚ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਯੂ ਟਰਨ ਹੈ, ਉਸ ਨੂੰ ਹਰ ਐਂਗਲ ਤੋਂ ਅੱਜ ਕੱਲ੍ਹ ਵੈਸੇ ਉਹ ਜਨਤਾ ਜਿਹੜੀ ਨਾ ਬੜੀ ਸਮਾਰਟ ਹੋ ਗਈ ਹੈ। ਕ੍ਰੈਡਿਟ ਗੋਜ਼ ਟੂ ਸੋਸ਼ਲ ਨੈਟਵਰਕ ਮੀਡੀਆ। ਹਰ ਐਂਗਲ 'ਤੇ ਹਰ ਬੰਦਾ ਜਿਹੜਾ ਹੈ ਉਹ ਭੂਮਿਕਾ ਨਿਭਾ ਰਿਹਾ, ਚਾਹੇ ਉਹ 1 ਮਿੰਟ ਦੀ ਵੀਡੀਓ ਆ, 1.5 ਮਿੰਟ ਦੀ ਵੀਡੀਓ, ਬੜੇ ਪਾਜ ਖੋਲ੍ਹ ਦਿੰਦੀ ਆ ਕਿਸੇ ਵੇਲੇ, ਹੈ ਨਾ। ਉਹ ਕੀਤੀਆਂ ਕਰਾਈਆਂ ਧਰੀਆਂ ਉਸੇ ਤਰ੍ਹਾਂ ਦੀਆਂ ਹੀ ਲੋਕਾਂ ਦੀਆਂ ਮਨ ਦੀਆਂ ਮਨਸ਼ਾਂ ਜਿਹੜੀਆਂ ਨੇ ਰਾਜਨੀਤਿਕ ਜਿਹੜੀ ਪਟਾਰੀ ਵਿਛਾ ਕੇ ਬੈਠੇ ਨੇ ਸ਼ਤਰੰਜ, ਉਹ ਚਾਲਾਂ ਚਲਦੀਆਂ ਆਨ ਦੀ ਜਿਹੜੀਆਂ ਨੇ ਰੁਕ ਜਾਂਦੀਆਂ ਨੇ ਸ਼ਹਿ ਮਾਤ ਵਾਲੀਆਂ। ਸੋ ਪਤਾ ਲੱਗ ਗਿਆ ਲੋਕਾਂ ਨੂੰ ਕਿ ਸੱਚਾਈ ਕੀ ਹੈ, ਭਾਂਡਾ ਕਿੱਥੇ ਭੰਨਿਆ ਜਾ ਰਿਹਾ। ਕੁਰਸੀ ਖਾਲੀ ਹੈ, ਮੀਂਹ ਪੈ ਰਿਹਾ ਹੈ, ਹਾਂਜੀ ਯੂ ਟਰਨ ਮਾਰ ਲਓ, ਬਸ ਭਾਂਡਾ ਫੋੜ ਦਿਓ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੈਪਟਨ ਅਮਰਿੰਦਰ ਸਿੰਘ ਬਾਰ ਰਿਪੀਟ, ਤੋਤਾ ਰਟਨ ਲਾਇਆ ਉਹਨਾਂ ਨੇ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਚੁੱਕਾ ਹੈ। ਅਸ਼ਵਨੀ ਸ਼ਰਮਾ ਨੇ ਕੀਤਾ ਇਨਕਾਰ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਰਾਸ਼ਟਰਪਤੀ ਲਾਉਣ ਦੀ ਗੱਲ ਆ ਜੀ, ਮੇਰਾ ਖਿਆਲ ਰਾਸ਼ਟਰਪਤੀ ਰਾਜ ਨਹੀਂ ਲਾਉਣਗੇ। ਕੋਈ ਸਰਕਾਰ ਦੇ ਸਿਰਫ 4 ਦਿਨ ਰਹਿ ਗਏ, ਮੁੜ ਕੇ ਕੰਮ ਚਲਾਉ ਸਰਕਾਰ ਜਿਹੜੀ, ਮੁੜ ਕੇ ਨਾ ਕੋਈ ਪਾਵਰ ਤੋਂ ਕੋਈ ਹੋਣੀ, ਪਾਵਰ ਸਾਰੀ ਦੀ ਸਾਰੀ ਚੋਣ ਕਿਸੇ ਕੋਲ ਜਾਣੀ। ਜੇ ਅੱਜ ਇਹ ਰਾਸ਼ਟਰਪਤੀ ਰਾਜ ਨਾਰਾ ਲਾਉਂਦੇ ਤੇ ਫਿਰ ਇਹ ਵੀ ਉਸੇ ਕਟਹਿਰੇ 'ਚ ਖੜੇ ਜਾਣਗੇ ਜਿੱਥੇ ਅੱਜ ਪੰਜਾਬ ਸਰਕਾਰ ਖੜੀ। ਇਸ ਕਰਕੇ ਪ੍ਰਧਾਨ ਮੰਤਰੀ ਨੇ ਮਿਲ ਕੇ ਸਲਾਹ ਵੀ ਕੀਤੀ ਹੋਊਗੀ ਤੇ ਜਾ ਕੇ ਰਾਸ਼ਟਰਪਤੀ ਸਾਹਿਬ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੋਊਗਾ ਕਿੱਦਾਂ ਕੀਤਾ ਜਾਵੇ। ਤੇ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਅਸ਼ਵਨੀ ਸ਼ਰਮਾ ਹੋਣਾ ਜਿਹੜਾ ਸੀ ਕੱਲ ਤੱਕ ਕਹਿੰਦੇ ਸੀ ਕਿ ਅਸਤੀਫਾ ਦੇਵੇ ਚੰਨੀ, ਉਹਦੇ ਬਾਰੇ ਹੁਣ ਅੱਜ ਕਹਿ ਦਿੱਤਾ ਕਿ ਰਾਸ਼ਟਰਪਤੀ ਰਾਜ ਲਾਉਣ ਦੀ ਲੋੜ ਨਹੀਂ। ਇਹ ਸਰਕਾਰ ਇੰਨੀ ਪ੍ਰੇਸਤ, ਇੰਨੀ ਮਾਫੀ ਵਾਲੀ ਹੋ ਚੁੱਕੀ, ਇਹ ਆਪਣੇ ਭਾਰ ਨਾਲ ਆਪੇ ਡਿੱਗ ਜੂਗੀ ਤੇ ਬੀਜੇਪੀ ਆਪਣੀ ਸਰਕਾਰ ਥੰਮ ਹਜ਼ਾਟੀ ਨਾ ਪਾਏਗੀ। ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਅਸੀਂ ਰਾਸ਼ਟਰਪਤੀ ਰਾਜ ਲਾਉਣ ਦੇ ਹੱਕ ਵਿੱਚ ਨਹੀਂ, ਪਰ ਜਿਹੜੀ ਕਾਰਗੁਜ਼ਾਰੀ ਇਸ ਵੇਲੇ ਚਰਨਜੀਤ ਸਿੰਘ ਚੰਨੀ ਤੋਂ ਦੀ ਸਰਕਾਰ ਦੀ ਉਹ ਸੰਤੁਸ਼ਟੀਜਨਕ ਨਹੀਂ। ਉਹਦੇ ਵਿੱਚ ਹਰ ਪ੍ਰਕਾਰ ਦਾ ਮਾਫੀਆ, ਉਹਦੇ ਵਿੱਚ ਭ੍ਰਿਸ਼ਟਾਚਾਰ, ਭਾਈ ਭਤੀਜਾ ਦੇ ਹਰ ਪ੍ਰਕਾਰ ਦਾ ਉਤਪੰਨ ਹੋ ਰਿਹਾ ਵਾ। ਲੇਕਿਨ ਹੁਣ ਚੰਦ ਦਿਨ ਰਹਿ ਗਿਆ, ਚੰਦ ਦਿਨ ਬਦਲੇ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਨਾ, ਵੈਸੇ ਵੀ ਅਸੀਂ ਹਾਮੀ ਨਹੀਂ ਭਰਦੇ ਆ ਜੀ। ਇਹ ਸਾਡੇ ਸੰਘਾਤਮਕ ਢਾਂਚੇ ਦੇ ਖਿਲਾਫ ਆ, ਬਕਾਇਦਾ ਤੌਰ ਤੇ ਡੈਮੋਕ੍ਰੈਟਿਕ ਸਿਸਟਮ ਦੇ ਖਿਲਾਫ। ਉਹਦੇ ਬਾਰੇ ਚ ਬਕਾਇਦਾ ਤੌਰ ਤੇ ਚਰਨਜੀਤ ਸਿੰਘ ਚੰਨੀ ਵੀ ਕਹਿ ਚੁੱਕੇ ਆ ਕਿ ਭਾਈ ਜੇ ਤੁਸੀਂ ਰਾਸ਼ਟਰਪਤੀ ਰਾਜ ਲਾਉਣਾ ਤੇ ਲਾ ਦਿਓ, ਕੋਈ ਗੱਲ ਨਹੀਂ, ਲੇਕਿਨ ਇਹ ਡੈਮੋਕ੍ਰੇਸੀ ਦਾ ਕਤਲ ਹੋਏਗਾ। ਇੱਕ ਚੁਣੀ ਹੋਈ ਸਰਕਾਰ ਆ, ਜਿਹੜੀ ਚੁਣੀ ਹੋਈ ਸਰਕਾਰ, ਉਹਨੂੰ ਤੁਸੀਂ ਖਤਮ ਕਰਕੇ ਉਹਦਾ ਭੋਗ ਪਾ ਕੇ ਜਾਓਗੇ ਤੇ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹਨੂੰ ਭੁਗਤਣਾ ਪਵੇਗਾ ਜੀ। ਹੁਣ ਜੇ ਪ੍ਰਧਾਨ ਮੰਤਰੀ ਸਾਹਿਬ ਮਿਲ ਕੇ ਆਏ, ਉਹਨਾਂ ਨੇ ਕੀ ਰਾਸ਼ਟਰਪਤੀ ਨਾਲ ਗੱਲ ਕੀਤੀ, ਕੀ ਨਹੀਂ ਕੀਤੀ, ਲੇਕਿਨ ਇਹ ਬੀਜੇਪੀ ਵਾਲੇ ਕਹਿੰਦੇ ਉਹਨਾਂ ਨੂੰ ਉਸ ਘਟਨਾ ਦਾ, ਜਿਹੜੀ ਘਟਨਾ ਵਾਪਰੀ ਆ ਉਹਦੀ ਜਾ ਕੇ ਹੂ ਸਾਰੀ ਜਾ ਕੇ ਰਿਪੋਰਟ ਕੀਤੀ ਆ। ਤੇ ਚੰਗੀ ਗੱਲ ਰਿਪੋਰਟ ਕਰਨੀ ਚਾਹੀਦੀ ਹੈ। ਰਾਸ਼ਟਰਪਿਤਾ ਨੇ, ਰਾਸ਼ਟਰਪਤੀ ਨੇ ਜੀ, ਉਹਨਾਂ ਜਾ ਕੇ ਗੱਲ ਕੀਤੀ, ਬਹੁਤ ਚੰਗੀ ਗੱਲ ਹੈ। ਕੰਗਣਾ ਰਣੌਤ ਨੂੰ ਜਿਵੇਂ ਵਾਰੀ ਦਾ ਬੁਖਾਰ ਨਹੀਂ ਹੁੰਦਾ ਜੀ, ਹਾਂਜੀ ਵਾਰੀ ਦਾ ਬੁਖਾਰ ਹੁੰਦਾ, ਇਹਨੂੰ ਵਾਰੀ ਦਾ ਬੁਖਾਰ ਫਿਰ ਹੁਣ ਫੇਰ ਦੌਰਾ ਪੈ ਗਿਆ ਇਹਨੂੰ। ਹੈ ਹੀ ਬੀਬੀ, ਹੁਣ ਕਹੀਏ ਕੀ, ਪਰ ਬੀਬੀ ਕਹਿਣਾ ਵੀ ਬੀਬੀ ਦੀ ਤੋਹੀਨ ਆ। ਬੀਬੀਆਂ ਹੁੰਦੀਆਂ ਬਹੁਤ ਬੀਬੀਆਂ ਧੀਆਂ ਜੀ। ਇਹ ਤਾਂ ਪਾਟੇ ਛਿੱਤਰ ਵਾਂਗੂ ਵੱਧ ਹੀ ਜਾਂਦੀ ਹੁਣ। ਕੋਈ ਗੱਲ ਨਹੀਂ। ਪੰਜਾਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ, ਠੀਕ ਹੈ, ਪ੍ਰਧਾਨ ਮੰਤਰੀ ਦੀ ਤਾਰੀਫ ਕਰਨੀ ਬਣਦੀ ਹੈ, ਤੁਸੀਂ ਕਰੋ, ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਤਾਰੀਫ ਚੰਗੇ ਕੰਮਾਂ ਦੀ ਹੋਣੀ ਵੀ ਚਾਹੀਦੀ ਹੈ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਕੰਗਣਾ ਰਿਕਾਰਡ ਆ ਜੀ, ਉਹਦੀ ਜਿਹੜਾ ਮੂੰਹ ਆ ਉਹ ਪਿੱਛੇ ਕੰਨਾਂ ਤੱਕ ਪਟਿਆ ਪਿਆ। ਪਿਛਲੇ ਉਹ ਵਾਹ, ਇਹਦੇ ਵਿੱਚ ਤੇ ਆਪਾਂ ਕੋਈ ਦੋ ਰਾਵਾਂ ਨਹੀਂ ਹੈਗੇ ਜੀ। ਉਹ ਜਦੋਂ ਵੀ ਗੱਲ ਕਰਦੀ ਸਿਰਫ ਚਰਚਾ ਚੜ੍ਹਨ ਵਾਸਤੇ ਪੁੱਠੀ ਗੱਲ ਕਰਦੀ ਹੈ, ਲੇਕਿਨ ਕਈ ਲੋਕਾਂ ਨੇ, ਕਈ ਮੋਦੀ ਭਗਤਾਂ ਨੇ ਉਹਦੇ ਜਦੋਂ ਹੈਸ਼ਟੈਗ ਤੇ ਉਹਨੇ ਲਿਖਿਆ ਬਕਾਇਦਾ ਤੌਰ ਤੇ ਭਾਰਤ, ਉਹਨੇ ਲਿਖਿਆ ਸੋਸ਼ਲ ਮੀਡੀਆ ਲਿਖਿਆ ਬਕਾਇਦਾ ਤੌਰ ਤੇ ਭਾਰਤ ਸਟੈਂਡ ਵਿਦ ਮੋਦੀ ਜੀ।
ਤੇ ਨਾਲ ਥੱਲੇ ਕਹਾਣੀ ਪਾਤੀ ਵੀ ਪੰਜਾਬ ਜਿਹੜਾ ਉਹ ਅੱਤਵਾਦੀ ਵੱਡਾ ਬਦਲ ਦਾ, ਜਿਸ ਤਰੀਕੇ ਨਾਲ ਵਿਹਾਰ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨਾਲ ਹੋਇਆ ਉਹ ਅੱਤਵਾਦੀ ਕਰ ਸਕਦੇ, ਕੋਈ ਚੰਗੇ ਭਲੇ ਉੱਥੇ ਨਾਗਰਿਕ ਨਹੀਂ ਕਰ ਸਕਦੇ। ਹੁਣ ਉਹਦੇ ਤੇ ਜੇ ਹੈਸ਼ਟੈਗ ਤੇ ਪੈਰ ਤੇ ਬਕਾਇਦਾ ਤੌਰ ਤੇ ਫਿਰ ਉਹਦੇ ਮੋਦੀ ਭਗਤਾਂ ਨੇ ਸਿਫਤਾਂ ਕਰਨੀਆਂ ਜੀ, ਬਹੁਤ ਚੰਗਾ ਕੀਤਾ ਜੀ, ਬਹੁਤ ਵਧੀਆ ਕੀਤਾ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਉਹ ਕੰਗਣਾ ਰਣੌਤ ਨੂੰ ਜਿਹੜਾ ਪਹਿਲਾ ਪਰਚਾ ਆਇਆ ਸ਼ਾਇਦ ਉਹ ਚੇਤਾ ਭੁੱਲ ਗਿਆ ਲੱਗਦਾ ਜੀ। ਇੱਕ ਦਾ ਪਰਚਾ ਹੋਰ ਖਰਾਬ ਵਿੱਤ ਮਗਤ ਗਾਣੇ ਹੋ ਜਾਊਗਾ। ਜਦੋਂ ਪਹਿਲਾ ਪਰਚਾ ਆਇਆ ਸੀ ਮੁੜ ਕੇ 20 ਦਿਨ ਬੋਲੀ ਨਹੀਂ ਸੀ, ਜਿੰਨ ਜਾ ਕੇ ਪੇਸ਼ ਨਹੀਂ ਹੋ ਸਕੀ। ਹੁਣ ਮਾੜੀ ਜੀ ਕੱਲ ਇਹਨੂੰ ਜੇ ਉੱਥੋਂ ਕੋਰਟ ਦੇ ਵਿੱਚੋਂ ਰਿਲੀਫ ਮਿਲ ਗਈ ਆ ਵੀ ਜਾਵੇਦ ਅਖਤਰ ਨੇ ਜਿਹੜੀ ਰੈਪਲੀਕੇਸ਼ਨ ਦਿੱਤੀ ਉੱਤੇ ਕਾਰਵਾਈ ਨਹੀਂ ਹੋਈ, ਤੇ ਫਿਰ ਥੋੜੀ ਲੜਕੀ ਰੌਲਾ ਪਾਉਣ, ਕੋਈ ਗੱਲ ਨਹੀਂ। ਕੀ ਫਰਕ ਪੈਂਦਾ ਜਦੋਂ ਹਾਥੀ ਤੁਰਦਾ, ਤੁਹਾਨੂੰ ਪਤਾ ਹੀ, ਅੱਗੇ ਆਪਾਂ ਕੁਛ ਨਹੀਂ ਕਹਿਣਾ। ਬਿਲਕੁਲ ਜੀ। ਅੱਛਾ, ਪ੍ਰਧਾਨ ਮੰਤਰੀ ਸਾਹਿਬ ਦੇ ਸਵਾਗਤ ਲਈ ਜਾ ਰਹੇ ਡਿਪਟੀ ਮੁੱਖ ਮੰਤਰੀ OP ਸੋਨੀ ਸਾਹਿਬ ਜਿਹੜੇ ਆ ਭਾਜਪਾ ਆਗੂਆਂ ਨੇ ਘੇਰਿਆ ਉਹਨਾਂ ਨੂੰ। ਹਾਂਜੀ, ਸੋ ਉਹ ਅੱਧੇ ਕਿਤੇ ਵੈਸੇ ਹੀ ਭਾਜਪਾ ਹੀ ਹੈਗੇ ਆ ਜੀ, ਕੋਈ ਦੋ ਰਾਵਾਂ ਨਹੀਂ ਹੈ ਜੀ। ਪਹਿਲਾਂ ਭਾਜਪਾ ਦੇ ਹੀਗੇ, ਜਦੋਂ ਮੇਅਰ ਬਣੇ ਸੀ ਉਦੋਂ ਭਾਜਪਾ ਦੇ, ਨਹੀਂ ਕਾਂਗਰਸੀ ਹਾਂਜੀ, ਫਿਰ ਭਾਜਪਾ। ਲੇਕਿਨ ਭਾਜਪਾ 'ਚ ਜਾਣ ਦੀਆਂ ਹਮੇਸ਼ਾ ਹੀ ਉਹਨਾਂ ਦੀ ਚਰਚਾ ਰਹਿੰਦੀ ਹੈ ਵੀ ਇਹ ਭਾਜਪਾ 'ਚ ਜਾ ਰਹੇ ਨੇ, ਉਹਨਾਂ ਦੇ ਕੋਲ ਅੱਜ ਵੀ ਜਿਹੜੇ ਆ ਕਾਂਗਰਸੀ ਕੱਟ ਕੇ ਭਾਜਪਾ ਹੀ ਜ਼ਿਆਦਾ ਕੰਮ ਕਰਾਉਣ ਆਉਂਦੇ ਆ। ਉਹ ਕਰਦੇ ਵੀ ਹੈ। ਜਿਹੜਾ ਜਿੱਥੋਂ ਇਲੈਕਸ਼ਨ ਲੜਦੇ ਅੱਜ ਕੱਲ੍ਹ ਸੈਂਟਰ ਤੋਂ, ਪਹਿਲਾਂ ਲੜਦੇ ਸੀ ਵੈਸਟ ਤੋਂ, ਵੈਸਟ ਕਾਮਿਡਨ ਦਾ ਏਰੀਆ ਸੀ, ਪਹਿਲਾ ਬੰਦਾ ਸੀ ਜਿਹਨੇ ਆ ਕੇ ਉੱਥੇ ਕਾਮਿਡ ਦਾ ਗੜ੍ਹ ਤੋੜਿਆ। 3 ਵਾਰੀ ਇੱਥੋਂ ਜਿੱਤਿਆ, 1 ਵਾਰੀ ਜਿੱਤ ਕੇ ਹੁਣ ਇਸ ਵਾਰੀ ਫਿਰ ਚੋਣ ਲੜ ਰਹੇ ਨੇ। ਉਹ ਭਾਜਪਾ ਦਾ ਗੜ੍ਹ ਹੋਣ ਕਰਕੇ ਭਾਜਪਾ ਇਹ ਕੰਮ ਵੀ ਲੈਂਦੇ ਆ ਤੇ ਇਹਨਾਂ ਨੂੰ ਅੰਦਰ ਖਾਤੇ ਵੋਟਾਂ ਵੀ ਪਾਉਂਦੇ ਆ, ਕੋਈ ਦੋ ਰਾਵਾਂ ਨਹੀਂ ਹੈਗੀ। ਉਹ ਤਾਂ ਅੱਧੇ ਪਿੱਛੇ ਵੈਸੇ ਹੀ ਭਾਜਪਾਈਏ ਨੇ। ਪਿੱਛੇ ਜੇ ਗੱਲ ਵੀ ਚੱਲੀ ਵੀ ਸੋਨੀ ਸਾਹਿਬ ਵੀ ਭਾਜਪਾ ਜਾ ਰਹੇ, ਪਰ ਮੈਨੂੰ ਖਤਰਾ ਪੈਦਾ ਹੋ ਗਿਆ ਵੀ ਵੇਖੋ ਜੀ ਜੇ ਕਿਤੇ ਈਡੀਆ ਰੇਡ ਹੋ ਗਿਆ ਤੇ ਮੁੜ ਕੇ ਮੁਸ਼ਕਲ ਹੋ ਜੂਗੀ। ਲੇਕਿਨ ਜਿਹਦੇ ਪਹਿਲੇ ਭਾਜਪਾ ਦੇ ਅੱਧੇ ਪਿੱਛੇ ਤੇ ਅੱਗੇ ਨੂੰ ਜਿਹੜੇ ਕੱਟ ਹੋਣ, ਉਹ ਤੇ ਭਾਜਪਾ ਵਰਕਰਾਂ ਦੇ ਭਾਜਪਾ ਲੀਡਰ ਦੇ ਪਹਿਲੇ ਕੰਮ ਕਰਦੇ ਆ। ਉਹ ਜਦੋਂ ਜਾ ਰਹੇ ਸੀ ਤੇ ਰਸਤੇ ਤੇ ਵੇਖਿਆ ਵੀ ਮੰਤਰੀ ਦੀ ਗੱਡੀ ਆਉਂਦੀ, ਅੱਗੇ ਭਾਜਪਾ ਬੈਠੇ ਸੀ, ਘੇਰ ਲਿਆ। ਉੱਥੇ ਕਾਫੀ ਖਰੂਦ ਕੀਤਾ ਭਾਜਪਾਈ ਵਰਕਰਾਂ ਨੇ, ਜਿਹੜਾ ਸੀ ਜੈ ਸ਼੍ਰੀ ਰਾਮ, ਜੈ ਸ਼੍ਰੀ ਮੋਦੀ ਜਿੰਦਾਬਾਦ, ਫਲਾਣਾ ਜਿੰਦਾਬਾਦ। ਫਿਰ ਬਕਾਇਦਾ ਤੌਰ ਤੇ ਇਹਨਾਂ ਨੂੰ ਬਾਹਰ ਕੱਢਿਆ ਤੇ ਬਾਹਾਂ ਖੜੀਆਂ ਕਰਾ ਕੇ ਕਿਹਾ ਲਓ ਜੀ ਮੋਦੀ ਜਿੰਦਾਬਾਦ। ਕੋਈ ਨਾ ਕਹਿ ਦਿੱਤਾ ਪ੍ਰਧਾਨ ਮੰਤਰੀ, ਇਹ ਫਿਰ ਫਰਕ ਪੈਂਦਾ ਉਹਦੇ। 20 ਮਿੰਟ ਤੱਕ ਇਹਨਾਂ ਦੀ ਟ੍ਰੋਲਿੰਗ ਕੀਤੀ ਗਈ, 20 ਮਿੰਟ ਤੋਂ ਬਾਅਦ ਮੁੜ ਕੇ ਅੱਗੇ ਨੂੰ ਜਾਣ ਦਿੱਤਾ ਕਿ ਲੇਕਿਨ ਪ੍ਰਧਾਨ ਮੰਤਰੀ ਜਿੱਥੇ ਜਾਣਾ ਸੀ ਤੇ ਆਏ ਨਹੀਂ, ਤੇ ਫਿਰ ਸਵਾਗਤ ਕੀ ਕਰਨਾ ਸੀ ਉਹਨਾਂ ਦਾ। ਬਿਲਕੁਲ। ਔਰ ਭਗਵੰਤ ਮਾਨ ਚਰਚਾ ਦੇ ਵਿੱਚ ਹੈ, ਉਹ ਪੰਜਾਬ ਸਰਕਾਰ ਦੀ ਜਿਸ ਤਰੀਕੇ ਨਾਲ ਠੀਕ ਆ ਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਬੁੱਧੀ ਧਿਰ ਦੇ ਵਿੱਚੋਂ ਤੁਸੀਂ, ਪਰ ਨਵਜੋਤ ਸਿੱਧੂ ਨੇ ਜਿਹੜੀ ਗੁਗਲੀ ਮਾਰ ਦਿੱਤੀ ਹੈ, ਪ੍ਰਧਾਨ ਮੰਤਰੀ ਨੂੰ 15 ਮਿੰਟ ਰੁਕਣਾ ਪਿਆ ਤਾਂ ਹਾਏ 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 ਤੌਬਾ। ਕਿਸਾਨ 1.5 ਸਾਲ ਰੁਕੇ ਤਾਂ ਉਸ ਵੇਲੇ ਮੋਦੀ ਕਿੱਥੇ ਸੀ? ਨਵਜੋਤ ਸਿੱਧੂ। ਬਿਲਕੁਲ। ਉਹ ਕਹਿੰਦਾ ਸਾਡੇ ਸਾਬਕਾ ਮੁੱਖ ਮੰਤਰੀ ਜਿਹੜੇ ਅਸੀਂ ਬੜੀ ਆਨ ਤੇ ਸ਼ਾਨ ਨਾਲ ਤੋਰੇ ਸੀਗੇ, ਜਿਨ੍ਹਾਂ ਦੇ ਅੱਗੇ ਪਿੱਛੇ ਕਾਂਗਰਸੀ ਵਰਕਰ ਫਿਰਦੇ ਸੀ, ਲੀਡਰ ਫਿਰਦੇ ਸੀ, ਮੰਤਰੀ ਫਿਰਦੇ ਸੀ, ਸੰਤਰੀ ਫਿਰਦੇ ਸੀ, ਅਧਿਕਾਰੀ ਫਿਰਦੇ ਸੀ, ਅਫਸਰ ਫਿਰਦੇ ਸੀ, ਤੇ ਭਾਜਪਾ 'ਚ ਜਾ ਕੇ ਕੱਲ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ ਨੇ। ਉਹ ਕਹਿੰਦੇ ਵੀ ਵੇਖੋ ਪ੍ਰਧਾਨ ਮੰਤਰੀ ਸਾਹਿਬ ਨੂੰ ਜੇ 15 ਮਿੰਟ ਵੇਟ ਕਰਨੀ ਪਈ ਆ ਤੇ ਕੋਈ ਤੋਪ ਦੀ ਚੱਲ ਗਈ ਤੇ ਪ੍ਰਧਾਨ ਮੰਤਰੀ ਪਹਿਲੀ ਵਾਰੀ ਵੇਟ ਨਹੀਂ ਕਰਨ ਲੱਗਿਆ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੇ ਇੰਨੀ ਉਹਦੀ ਹਾਜ਼ਰੀ ਤੋਬਾ ਹਾਏ ਤੋਬਾ ਨਹੀਂ ਕੀਤੀ ਜਾਣੀ ਚਾਹੀਦੀ। ਹਾਏ ਤੋਬਾ ਜੇ ਕਰਨੀ ਹੈ ਤੇ ਕਰੋ ਕਿਸਾਨਾਂ ਦੀ, ਜਿਹਦੇ ਵਿੱਚ 800 ਕਿਸਾਨ ਸ਼ਹੀਦ ਹੋ ਗਿਆ ਤੇ ਬਕਾਇਦਾ ਤੌਰ ਤੇ 1.5 ਸਾਲ ਕਿਸਾਨ ਮੋਰਚੇ ਲਾਉਂਦੇ ਰਹੇ ਨੇ। ਜੀ ਜੀ। ਧੁੱਪ 'ਚ ਵੀ ਬੈਠੇ ਸੜਕਾਂ ਦੇ ਉੱਤੇ, ਛਾਂ 'ਚ ਵੀ ਬੈਠੇ ਸੜਕਾਂ ਦੇ ਉੱਤੇ, ਠੰਡ 'ਚ ਵੀ ਬੈਠੇ ਸੜਕਾਂ ਦੇ ਉੱਤੇ, ਬਸੰਤ 'ਚ ਵੀ ਬੈਠੇ ਸੜਕਾਂ ਦੇ ਉੱਤੇ, ਮੀਂਹ ਬਰਸਾਤ ਦੇ 'ਚ ਵੀ ਬੈਠੇ ਸੜਕਾਂ ਦੇ ਉੱਤੇ। ਉਹਨਾਂ ਦੇ ਤੰਬੂਆਂ ਨੂੰ ਅੱਗਾਂ ਲੱਗਦੀਆਂ ਨੇ, ਲੇਕਿਨ ਉਹਨਾਂ ਨੇ ਦਿਲ ਨਹੀਂ ਛੱਡਿਆ। ਤੇ ਜਦੋਂ ਪੁੱਛਿਆ ਗਿਆ ਪਾਰਲੀਮੈਂਟ 'ਚ ਭਾਈ ਕਿੰਨੇ ਕਿਸਾਨ ਮਰੇ ਆ, ਤੇ ਮੋਦੀ ਸਾਹਿਬ ਦੀ ਸਰਕਾਰ ਨੇ ਕਹਿੰਦਾ ਸਾਨੂੰ ਕੋਈ ਜਾਣਕਾਰੀ ਨਹੀਂ ਜੀ। ਕਿਆ ਬਾਤ ਹੈ। ਉਹ ਕਹਿੰਦੇ ਆ ਵੀ ਹਾਏ ਤੋਂ ਉਦੋਂ ਕੋਈ ਨਹੀਂ ਕੀਤੀ ਕਿ ਜਦੋਂ 700-800 ਕਿਸਾਨ ਸ਼ਹੀਦ ਹੋ ਗਿਆ ਸੀਗਾ। ਅੱਜ 15 ਮਿੰਟ ਤੁਹਾਨੂੰ ਰੋਕ ਲਿਆ ਤੇ ਫਿਰ ਕਿਹੜੀ ਧੁੱਪ ਚੱਲ ਗਈ ਉੱਥੇ। ਤੁਸੀਂ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਸੁਰੱਖਿਅਤ ਸੀ, ਬਿਲਕੁਲ ਤੁਹਾਨੂੰ ਕੋਈ ਖਤਰਾ ਨਹੀਂ ਸੀ, ਤੁਸੀਂ ਆਪਣੀ ਮਰਜ਼ੀ ਨਾਲ ਵਾਪਸ ਆਏ ਹੋ, ਪੁਲਿਸ ਅੱਗੇ ਰਸਤਾ ਖਾਲੀ ਕਰਾ ਰਹੀ ਸੀ, ਤੁਸੀਂ ਜਾ ਸਕਦੇ ਸੀ।
ਲੇਕਿਨ ਤੁਸੀਂ ਇਹ ਡਰਾਮੇਬਾਜ਼ੀ ਜਿਹੜੀ ਕੀਤੀ ਆ ਉਹ ਸਹੀ ਤੇ ਵੇਖਿਆ ਜਾਵੇ ਤੇ ਜੇ ਪ੍ਰਧਾਨ ਮੰਤਰੀ ਸਾਹਿਬ ਦੇ ਕਾਫਲੇ ਦੇ ਮਗਰ ਕਾਫਲੇ ਜਿਹੜੇ ਸੀ, ਇੱਕ ਨੇ ਵੀਡੀਓ ਪਾਈ ਆਪਾਂ ਰਾਤੀ ਵੀ ਦਿਖਾਈ ਸੀਗੀ ਕਿ ਉਹ ਕਹਿ ਰਿਹਾ ਕਿ ਮੈਂ ਜੀ ਭਾਜਪਾ ਦਾ ਆ ਵਰਕਰ ਆ, ਮੇਰੀ ਗੱਡੀ ਵੇਖੋ ਜੀ ਕਾਫਲੇ ਦੇ ਪਿੱਛੇ ਆ ਰਹੀ ਆ, ਤੇ ਉਹ ਕਾਫਲੇ ਨੂੰ ਵਾਪਸ ਮੋੜਨ ਵਾਸਤੇ ਗੱਡੀਆਂ ਯੂ ਟਰਨ ਵਾਸਤੇ ਕਿੰਨਾ ਸਮਾਂ ਲੱਗਾ ਹੋਊਗਾ। ਹਾਂਜੀ, ਜੇ 15 ਮਿੰਟ ਉੱਥੇ ਆ ਤੇ ਤੁਸੀਂ ਦੇਖੋ ਕਿ ਖੁਦ ਜੋ ਸਲਾਹਕਾਰ ਨੇ ਜਿਨ੍ਹਾਂ ਯੂ ਟਰਨ ਮਾਰਨ ਵਾਸਤੇ ਸਲਾਹ ਦਿੱਤੀ ਆ ਉਹ ਕਿੰਨੇ ਭਿਅੰਕਰ ਨੇ ਕਿ ਉੱਥੇ ਜੇ ਕੋਈ ਇਨਸੀਡੈਂਟ ਇੱਕ ਕਰੋੜਾ ਵੀ ਵੱਜ ਜਾਂਦਾ, ਇੱਕ ਇੱਟ ਵੀ ਚੱਲ ਜਾਂਦੀ, ਜਾਂ ਕੋਈ ਉੱਥੇ ਹਜੂਮ ਆ ਕੇ ਪਰਲੇ ਪਾਸਿਓਂ ਮਤਲਬ ਕੰਟਰੋਲ ਤੋਂ ਬਾਹਰ ਹੁੰਦਾ, ਫੇਰ ਤਾਂ ਲਾਲਾ ਬਹੁਤ ਜ਼ਿਆਦਾ ਹੁੰਦੀ। ਹੁਣ ਤਾਂ ਯੂ ਟਰਨ ਆਪ ਮਾਰਿਆ, ਪਤਾ ਲੱਗ ਗਿਆ ਵੀ ਕੁਰਸੀਆਂ ਖਾਲੀ ਨੇ, ਮੀਂਹ ਪੈ ਰਿਹਾ ਆ। ਤੇ ਪਹਿਲੀ ਗੱਲ ਤਾਂ ਇਹ ਕਿ ਤੁਹਾਡਾ ਸਾਰਾ 8 ਹੈਲੀਪੈਡ ਤੁਸੀਂ ਬਣਾਏ ਆ, ਸਾਡਾ ਤੁਹਾਡਾ ਜਿਹੜਾ ਟੂਰ ਹੈ ਉਹ ਹੈਲੀਪੈਡ ਦੇ ਰਾਹੀਂ ਆ, ਫਿਰ ਤੁਸੀਂ ਵਾਇਆ ਰੋਡ ਆਉਂਦੇ ਹੋ। ਬੜੀਆਂ ਗੁੰਝਲਦਾਰ ਕਹਾਣੀਆਂ ਨੇ। ਠੀਕ ਹੈ, ਕਿਸਾਨਾਂ ਨੂੰ ਵੀ ਲੰਘ ਲੈਣ ਦੇਣਾ ਚਾਹੀਦਾ ਸੀਗਾ, ਜੇ ਲੰਘਣ ਦਿੰਦੇ ਜਾ ਕੇ ਵੇਖ ਲੈਂਦੇ ਖਾਲੀ ਕੁਰਸੀਆਂ, ਨਾਲੇ ਜੋ ਸਪੀਚ ਕਰਦੇ ਉਹ ਪੂਰੀਆਂ ਹੁੰਦੀਆਂ ਜਾਂ ਨਾ ਹੁੰਦੀਆਂ। ਆਪਾਂ ਕੱਲ੍ਹ ਵੀ ਗੱਲ ਕਰਦੇ ਸਾਂ ਤੇ ਤੁਸੀਂ ਪੁੱਛਣ ਵਾਲੇ ਤਾਂ ਬਣਦੇ ਨਾ, ਪਰ ਚਲੋ ਜੋ ਹੋਣਾ ਸੀ ਜਾਂ ਕੀਤਾ ਕਰਾਇਆ ਗਿਆ ਸੀ ਉਹ ਸਾਰਾ ਕੁਝ ਉਸੇ ਤਰ੍ਹਾਂ ਹੋਇਆ। ਇਹ ਤਾਂ ਹੁਣ ਇੱਕ ਇਨਕੁਆਰੀ ਦਾ ਵਿਸ਼ਾ ਹੈ। ਪਰ ਟਕੈਤ ਸਾਹਿਬ ਨੇ ਕਿਹਾ ਕਿ ਖਤਰਨਾਕ ਜਗ੍ਹਾ ਸੀ ਤਾਂ ਪ੍ਰਧਾਨ ਮੰਤਰੀ ਗਏ ਕਿਉਂ? ਫਿਰੋਜ਼ਪੁਰ ਪਹਿਲੀ ਵਾਰੀ ਆਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਪੰਜਾਬ ਦੇ ਵਿੱਚ। ਅੱਜ ਇਹਦੇ ਤੁਸੀਂ ਕਿਹਾ ਕੰਨਾਂ ਤੱਕ ਬੁੱਲ ਪਾਟੇ ਆ, ਇਹਨੂੰ ਪੁੱਛੋ ਵੀ ਰਹਿੰਦੀ ਤੂੰ ਚੰਡੀਗੜ੍ਹ ਰਹੀ ਆ, ਹੈਂ ਹੁਣ ਤੇਰੇ ਬਾਰੇ ਕੀ ਬੋਲੀਏ? ਪੀੜੀ ਥੱਲੇ ਸੋਟਾ ਫੇਰ, ਰਹਿੰਦੀ ਤੂੰ ਚੰਡੀਗੜ੍ਹ ਪੰਜਾਬ 'ਚ ਵਿਚਰਦੀ ਰਹੀ ਆ, ਕਿੱਥੇ ਕਿੱਥੇ ਤੇਰੇ ਚਰਚੇ ਨਹੀਂ ਆ ਬੀਬੀ ਫੇਰ ਮੂੰਹ ਚੋਂ ਨਿਕਲ ਜਾਂਦਾ। ਕਿਉਂਕਿ ਕੀ ਕਰੀਏ ਹੁਣ, ਗੱਲ ਇਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪਹਿਲੀ ਵਾਰੀ ਆਏ ਨੇ ਪੰਜਾਬ ਦੇ ਵਿੱਚ, ਤੇ ਰਕੇਸ਼ ਟਕੈਤ ਨੇ ਕਿਹਾ ਜੇ ਖਤਰਨਾਕ ਹੈ ਤੇ ਫਿਰ ਗਏ ਹੀ ਕਿਉਂ? ਸਿੱਧੂ ਸਾਹਿਬ ਦੇ ਨਾਲ ਹੋਰ ਹੀ ਕੁਝ ਕਿਹਾ ਜੀ, ਉਹ ਵੀ ਤੁਹਾਨੂੰ ਦੱਸ ਦਿਆਂ ਜੀ। ਸਿੱਧੂ ਸਾਹਿਬ ਕਹਿੰਦੇ ਵੀ ਕਾਂਗਰਸ ਜਿਹੜੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਵਾਸਤੇ ਕੰਮ ਕਰਦੀ। ਜੇ ਇਤਿਹਾਸ ਤੋਂ ਕੇ ਵੇਖ ਲਓ ਤੇ ਆਜ਼ਾਦੀ ਤੋਂ ਲੈ ਕੇ ਤੇ ਹੁਣ ਤੱਕ ਕਾਂਗਰਸ ਦਾ ਕਾਫੀ ਤਕੜਾ ਜਿਹੜੀ ਕੁਰਬਾਨੀਆਂ ਦਿੱਤੀਆਂ ਨੇ। 2 ਤੇ ਇੱਕ ਪਰਿਵਾਰ ਨੇ ਕੁਰਬਾਨੀਆਂ ਦਿੱਤੀਆਂ, ਵੀ ਬਾਕੀ ਕੀ ਰਹਿ ਗਿਆ? ਉਹ ਕਹਿੰਦੇ ਆ ਵੇਖੋ ਜੀ ਮੈਂ ਪਾਕਿਸਤਾਨ ਗਿਆ, ਉੱਥੇ ਆਪਣੇ ਦੋਸਤ ਜੋ ਤਾਜਪੋਸ਼ੀ ਸੀ ਤੇ ਬਕਾਇਦਾ ਤੌਰ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਉਹਨਾਂ ਮੇਰੀ ਝੋਲੀ 'ਚ ਲਾਂਘਾ ਪਾਇਆ। ਮੈਂ ਲਾਂਘਾ ਲੈ ਕੇ ਆਇਆ ਤੇ ਮੇਰੀ ਬੜੀ ਇਹਨਾਂ ਟ੍ਰੋਲਿੰਗ ਕੀਤੀ, ਬੀਜੇਪੀ ਵਾਲੇ ਨੇ ਕੀਤੀ ਤੇ ਮੇਰੀ ਆਪਣੀ ਪਾਰਟੀ ਵਾਲੇ ਨੇ ਕੀਤਾ। ਕੋਈ ਗੱਲ ਨਹੀਂ, ਮੈਨੂੰ ਟ੍ਰੋਲਿੰਗ ਦੀ ਕੋਈ ਪਰਵਾਹ ਨਹੀਂ ਸੀ, ਕਿਉਂਕਿ ਬਾਬੇ ਨਾਨਕ ਦਾ ਲਾਂਘਾ ਖੁੱਲ੍ਹ ਗਿਆ। ਦੂਸਰੀ ਚੀਜ਼ ਕਹਿੰਦਾ ਗਾਹ ਵੇਖ ਲਓ, ਜੇ ਸਾਡੇ ਬਾਦਲ ਸਾਹਿਬ ਪਾਕਿਸਤਾਨ ਗਏ ਲਾਂਘਾ ਤੇ ਕੀ ਲੈ ਕੇ ਉੱਥੇ ਭੇਡੂ ਲੈ ਕੇ ਆ ਗਏ, ਤੇ ਜੇ ਕੈਪਟਨ ਸਾਹਿਬ ਕਹਿਆ ਤੇ ਉਹ ਸੁਲਤਾਨ ਘੋੜਾ ਲੈ ਕੇ ਆਏ, ਤੇ ਜਿਹੜਾ ਹੈਗਾ ਸੀ ਸਿੱਧੂ ਉਹ ਇਹ ਚੀਜ਼ ਨਹੀਂ ਲੈ ਕੇ ਆ। ਬਾਬੇ ਨਾਨਕ ਨੇ ਝੋਲੀ 'ਚ ਪਾਇਆ ਪਿਆ ਲਾਂਘਾ ਲੈ ਜਾਓ, ਤੁਸੀਂ ਜਾ ਕੇ ਤਿਆਰੀ ਕਰੋ ਆਪਣੀ। ਤਾਂ ਆਪਾਂ ਲਾਂਘਾ ਲਿਆ ਕੇ ਕੈਪਟਨ ਸਾਹਿਬ ਦੀ ਝੋਲੀ ਪਾਤਾ, ਕੈਪਟਨ ਲਾਂਘਾ ਲੈ ਜੀ। ਤੁਹਾਡੀ ਜੋ ਕੁਛ ਹੁੰਦਾ ਮੇਰੇ ਬਾਰੇ ਕਿਉਂ ਵੀ ਸਭ ਪਤਾ ਜੀ। ਹਾਂਜੀ, ਟਕੈਤ ਸਾਹਿਬ ਬਾਰੇ ਅਗਲੀ ਗੱਲ ਕਰਦੇ। ਟਕੈਤ ਸਾਹਿਬ ਦੀ, ਟਕੈਤ ਸਾਹਿਬ ਇਹ ਗੱਲ ਕਹਿੰਦੇ ਵੀ ਵੇਖੋ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਤੁਹਾਡੇ ਵਾਸਤੇ ਸਾਰੇ ਨਾਗਰਿਕ ਇੱਕੋ ਜਿਹੇ। ਜੇ ਕਿਸਾਨਾਂ ਨੇ ਤੁਹਾਡਾ ਰਸਤਾ ਰੋਕਿਆ ਸੀ, ਉੱਤਰ ਕੇ ਕਿਸਾਨਾਂ ਦੀ ਗੱਲ ਸੁਣ ਲੈਂਦੇ ਤੁਸੀਂ, ਕਿਉਂ ਨਹੀਂ ਸੁਣੀ? ਜੇ ਕੋਈ ਦੁਖੀ ਹੈ ਤਾਂ ਤੁਹਾਨੂੰ ਮਿਲਣ ਵਾਸਤੇ ਆਇਆ ਨਾ, ਉਹ ਤੁਹਾਨੂੰ ਰੋਕਣ ਵਾਸਤੇ ਮਿਲਣ ਵਾਸਤੇ ਆਏ ਸੀਗੇ। ਤੁਸੀਂ ਅੱਧਾ ਪੌਣਾ ਕਿਲੋਮੀਟਰ ਪਹਿਲਾਂ ਉੱਥੋਂ ਆਪਣੀਆਂ ਗੱਡੀਆਂ ਮਿਲੇ ਤੇ ਮਿਲਣਾ ਤੁਸੀਂ ਕਿਹਦੇ ਮਿੱਟੀ ਸੀ ਉਹਨਾਂ ਨੂੰ? ਇਸ ਕਰਕੇ ਸਿੱਧੂ ਨੇ ਕਿਹਾ ਵੀ ਤੁਸੀਂ ਜਿਹੜੇ ਪਹਿਲੀ ਵਾਰੀ ਨਹੀਂ ਗਏ ਉੱਥੇ, ਤੁਸੀਂ ਹਮੇਸ਼ਾ ਜਾਂਦੇ ਹੋ, ਤੇ ਜੇ ਤੁਹਾਨੂੰ ਖਤਰਾ ਪਹਿਲਾਂ ਮਹਿਸੂਸ ਹੁੰਦਾ ਸੀ ਮੇਰੀ ਆਓ ਜੀ, ਤੇ ਤੁਸੀਂ ਲੈਣ ਕੀ ਗਏ ਉੱਥੇ? ਨਾ ਜਾਂਦੇ ਹੋ ਤੁਸੀਂ। 13-14 ਮਹੀਨੇ ਬਕਾਇਦਾ ਤੌਰ ਤੇ ਜਿਹੜਾ ਮੋਰਚਾ ਲੱਗਾ ਰਿਹਾ ਕਿਸਾਨਾਂ ਦਾ, ਤੁਸੀਂ ਪੰਜਾਬ ਵੱਲ ਮੂੰਹ ਨਹੀਂ ਕੀਤਾ। ਹੁਣ ਜੇ ਮੋਰਚਾ ਖਤਮ ਹੋ ਗਿਆ ਤੇ ਜੇ ਤੁਸੀਂ ਗਏ ਹੋ ਤੇ ਫਿਰ ਤੁਹਾਨੂੰ ਕਿਸਾਨਾਂ ਦੀ ਬਕਾਇਦਾ ਤੌਰ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ। ਤੁਸੀਂ ਦੇਸ਼ ਦੇ ਬਾਦਸ਼ਾਹ ਹੋ, ਪ੍ਰਧਾਨ ਹੋ, ਪ੍ਰਧਾਨ ਮੰਤਰੀ ਹੋ। ਜਿਹੜੇ ਪ੍ਰਧਾਨ ਮੰਤਰੀ ਤੇ ਬਾਦਸ਼ਾਹ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ, ਵਧਾਉਂਦੇ ਨਹੀਂ, ਤੁਸੀਂ ਵਧਾ ਰਹੇ ਹੋ। ਇਸ ਕਰਕੇ ਮੇਰੀ ਬੇਨਤੀ ਹੈ ਵੀ ਜੇ ਤੁਹਾਨੂੰ ਇਹ ਵੀ ਮੈਨੂੰ ਖਤਰਾ ਉੱਥੇ, ਫਿਰ ਤੁਹਾਨੂੰ ਨਹੀਂ ਸੀ ਜਾਣਾ ਚਾਹੀਦਾ। ਪੰਜਾਬ 'ਚ ਕੋਈ ਖਤਰਾ ਨਹੀਂ, ਪੰਜਾਬ ਸਭ ਕੁਛ ਸ਼ਾਂਤ ਸੂਬਾ। ਮੈਂ ਆਪ ਤੋਂ ਜਾ ਕੇ ਆਇਆ, ਮੈਂ ਰਹਿ ਕੇ ਆਇਆ। ਤੁਸੀਂ ਮੇਰੇ ਤੋਂ ਵੱਧ ਸਮਾਂ ਉੱਥੇ ਰਹੇ ਕਿ ਪੰਜਾਬ ਦੇ ਲੋਕੀ ਮਹਿਮਾਨਵਾਜੀ ਕਿੰਨੀ ਕਰਦੇ। ਉਹੀ ਤੁਸੀਂ ਕਿਸਾਨਾਂ ਦੀ ਗੱਲ ਸੁਣ ਕੇ ਮਿਲ ਕੇ ਜਾਂਦੇ, ਤੁਹਾਨੂੰ ਚਾਹ ਵੀ ਪਾਉਂਦੇ, ਤੁਹਾਨੂੰ ਪ੍ਰਸ਼ਾਦਾ ਵੀ ਚੰਗਾਉਂਦੇ, ਵਿੱਚ ਰਹਿ ਕੇ ਕੁਰਸੀ ਵੀ ਦਿੰਦੇ, ਟੇਬਲ ਵੀ ਦਿੰਦੇ।
ਐਮਰਜੈਂਸੀ ਵੇਲੇ ਖੁਦ ਤੁਸੀਂ ਰਹੇ ਹੋ ਪੰਜਾਬ ਦੇ ਵਿੱਚ ਦਸਤਾਰ ਸਜਾ ਕੇ, ਤੁਹਾਨੂੰ ਪੰਜਾਬ ਦੇ ਲੋਕਾਂ ਦੀ ਫਿਤਰਤ ਦਾ ਪਤਾ, ਤੁਸੀਂ ਉਹਨਾਂ ਦੀ ਨਬਜ਼ ਨੂੰ ਪਛਾਣਦੇ ਹੋ, ਤੁਸੀਂ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਪਛਾਣਦੇ ਹੋ, ਤੁਸੀਂ ਵਿੱਚ ਵਿਚਰੇ ਹੋ, ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਫਿਤਰਤ ਕੀ ਹੈ। ਜੀ 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 ਹਾਂਜੀ ਜੀ 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 ਨਿਮਰਤਾ ਦੇ ਨਾਲ ਆਏ ਨੂੰ ਨਿਮਰਤਾ ਦੇ ਨਾਲ ਕਿਵੇਂ ਮਿਲਦੇ ਨੇ, ਤੇ ਜੇ ਗਵਾਂਢੀ ਖੰਗੂਰਾ ਮਾਰ ਕੇ ਲੰਘੇ ਤੇ 4 ਖੰਗੂਰੇ ਮਾਰ ਕੇ ਮੁੱਲ ਜਵਾਬ ਦਿੰਦੇ ਨੇ। ਇਹ ਪਤਾ ਤੁਹਾਨੂੰ ਕਿ ਹਾਂ ਜਿਹੜੀਆਂ ਪਾਰਟੀਆਂ ਵਿਰਾਸ਼ਾਂ ਵਾਲੀ ਹੈ, ਇਹਨੂੰ ਪਤਾ ਹੋਣਾ ਚਾਹੀਦਾ ਕਿ ਸਟੇਜ ਦੇ ਉੱਤੇ ਇਸੇ ਨੂੰ ਸ੍ਰੀ ਸਾਹਿਬ ਤੇ ਦਸਤਾਰਾਂ ਸਜਾ ਕੇ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਹੈ। ਦਿੱਤਾ ਕਿ ਨਹੀਂ ਦਿੱਤਾ ਹੈ। ਹੁਣ ਜੇ ਜੱਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਉਹਨਾਂ ਦਾ 800 ਬੰਦਾ ਸ਼ਹਾਦਤ ਦਾ ਜਾਮ ਪੀ ਗਿਆ। ਇਹ ਤਾਂ ਕੁਦਰਤ ਨੇ ਪਾਣੀ ਵਰਾ ਦਿੱਤਾ ਉੱਤੋਂ। ਹਾਂਜੀ ਜੀ 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 ਤਾਂ ਕੁਦਰਤ ਨੇ ਪਾਣੀ ਵਰਾਤਾ, ਤੁਸੀਂ ਪਾਣੀ ਦੀਆਂ ਵਿਛਾੜਾਂ ਕੀਤੀਆਂ ਸੀ, ਤੇ ਜਿਹੜੇ ਵਿਛਾੜਾਂ ਰੋਕੀਆਂ ਅੱਜ ਤੁਸੀਂ ਉਹਨੂੰ ਖਤਰਨਾਕ ਕੇਸ ਦੇ ਵਿੱਚ ਫਸਾ ਕੇ ਸਣੇ ਮਾਂ ਪੁੱਤ ਅੰਦਰ ਕੀਤਾ। ਜੀ 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 ਕੁਛ ਨਾ ਕੁਛ ਤਾਂ ਕਰਤਾ ਹੈ, ਉਹ ਵੇਖਦਾ ਹੈ। ਵੱਡੀ ਖਬਰ ਦੇ ਵਿੱਚ ਜਿਹੜੀ ਟੈਕਸ ਆਇਆ ਕਿ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਭਾਵੇਂ ਕਿ ਤਰੀਕ ਅੱਗੇ ਲੰਘ ਗਈ, ਭਾਵੇਂ ਯੂਟਰਨ ਜੇਕਰ ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਨਾ ਆਉਂਦੀ, ਤੇ ਸਭ ਤੋਂ ਵੱਡੀ ਖਬਰ ਇਹੀ ਰਹਿਣੀ ਸੀਗੀ ਬਿਕਰਮਜੀਤ ਸਿੰਘ ਮਜੀਠੀਆ ਵਾਲੀ। ਬਿਲਕੁਲ ਠੀਕ ਹੈ ਜੀ। ਉਹ ਤਾਂ ਵਿਚਾਰੀ ਨੁੱਕਰ ਚ ਲੱਗ ਗਈ, ਕਾਤਰ ਜੀ ਬਣ ਗਈ। ਹੁਣ ਕੱਲ ਦਾ ਮੈਸੇਜ ਆ, ਕੀ ਬਣਿਆ ਤੇ ਕੀ ਬਣੂਗਾ। ਵੇਖੋ ਮੈਂ ਅੱਗੇ ਵੀ ਗੱਲ ਕਹੀ ਸੀ ਵੀ ਜਿਹੜੀ ਅਲੀਜ਼ਾ ਗਿੱਲ ਹੈਗੀ ਹੈ, ਜੱਜ ਹੈਗੀ ਆ, ਉਹ ਕਾਫੀ ਸਖਤ ਆ। ਐਂਟੀ ਸਪਿਟਰੀ ਬੇਲ ਦੇਣੀ ਕੋਈ ਵੱਡੀ ਗੱਲ ਨਹੀਂ ਹੈਗੀ। ਐਂਟੀ ਸਪਿਟਰੀ ਬੇਲ ਜਿਹੜੀ ਆ ਉਹ ਦੋਵਾਂ ਧਿਰਾਂ ਦੀਆਂ ਬੇਸ਼ੱਕ ਦਿੱਲੀ ਦਾ ਸੁਣ ਤੋਂ ਬਗੈਰ ਵੀ ਜੱਜ ਚਾਹੇ ਤਾਂ ਕੋਈ ਇਸ ਲਈ ਪਾਵਰ ਹੈਗੀ ਦੇ ਸਕਦਾ। ਲੇਕਿਨ ਬਕਾਇਦਾ ਤੌਰ ਤੇ 2 ਹਿੰਦੁਸਤਾਨ ਦੇ ਭਾਰਤ ਦੇ 2 ਵੱਡੇ ਵਕੀਲ, ਮੈਂ ਹਿੰਦੁਸਤਾਨ ਦੇਖ ਕੇ ਨਿੱਕਾ ਕੁਛ ਲੋਕ ਗੁੱਸਾ ਕਰਦੇ ਵੀ ਹਿੰਦੁਸਤਾਨ ਕੋ ਕਹਿੰਦੇ, ਲੇਕਿਨ ਬਾਬੇ ਨਾਨਕ ਦੇ ਵਿੱਚ ਵੀ ਆਇਆ, ਇਸ ਤਰ੍ਹਾਂ ਹਿੰਦੁਸਤਾਨ ਆਇਆ ਸੀਗਾ, ਤੁਹਾਨੂੰ ਪਤਾ। ਉਹ ਸਿਰਫ ਹਿੰਦੁਸਤਾਨ ਨਾ ਜਿਹੜਾ ਸੀ ਮੁਗਲਾਂ ਨੇ ਦਿੱਤਾ ਸੀ, ਉਹਦੀ ਕੋਈ ਗੱਲ ਨਹੀਂ। ਚਲੋ ਉਹਦੇ ਵਿੱਚ ਕੀ, ਭਾਰਤ ਦੇ ਵਿੱਚ 2 ਵੱਡੇ ਵਕੀਲ, ਮੁਕਲ ਰੋਹਤਗੀ ਬਹੁਤ ਵੱਡਾ ਵਕੀਲ, ਘੱਟੋ ਘੱਟ 25 ਲੱਖ ਰੁਪਇਆ ਫੀਸ ਉਹਦੀ, ਤੇ 2.5 ਲੱਖ ਰੁਪਇਆ ਬਕਾਇਦਾ ਤੌਰ ਤੇ ਉਹ GST ਦਾ 1 ਤਰੀਕ ਦਾ ਦਿੰਦਾ, 1 ਤਰੀਕ ਦਾ ਜੀ। ਅੱਗੇ ਹਿਸਾਬ ਨਾਲ ਵੀ ਕਿੰਨੀਆਂ ਦਿੱਕਤਾਂ ਪਈਆਂ। ਜਿਹੜੇ ਦੂਜੇ ਨੇ ਸਾਡੇ ਮਾਨਯੋਗ ਪੀ ਚਿਦੰਬਰਮ ਛੋਟੇ ਵਕੀਲ, ਉਹ ਵੀ ਦੋਵਾਂ ਦੀ ਕੱਲ ਬਕਾਇਦਾ ਤੌਰ ਤੇ ਵਰਚੁਅਲ ਜਿਹੜੀ ਸੀ ਬਹਿਸ ਹੋਈ। 1.5 ਘੰਟਾ ਬਹਿਸ ਚੱਲੀ ਤੇ 1.5 ਘੰਟੇ ਤੋਂ ਬਾਅਦ ਜੱਜ ਨੇ ਕਹਿਤਾ ਤਾਂ ਭਾਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰੋ ਕਿ 8 ਤਰੀਕ ਤੱਕ ਉਹ ਆਪਣਾ ਪੱਖ ਪੇਸ਼ ਕਰੇ, ਜੋ ਕਹਿਣਾ ਅੱਗੇ ਕਵੇ, ਜੋ ਲਿਖ ਕੇ ਦੇਣਾ ਲਿਖ ਕੇ। ਕਿਉਂ 8 ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾਊ ਕਿ ਸਰਕਾਰ ਕੀ ਕਹਿੰਦੀ ਤੇ ਸਰਕਾਰ ਕੀ ਕਰ ਰਹੀ। ਉਹਦੇ ਵਿੱਚ ਬਕਾਇਦਾ ਤੌਰ ਤੇ 10 ਨੂੰ ਫਿਰ ਸੁਣਵਾਈ ਹੋਏਗੀ। ਲੇਕਿਨ ਪਤਾ ਲੱਗਾ ਵੀ ਮਜੀਠੇ ਥਾਣੇ ਦੇ ਵਿੱਚ ਇੱਕ ਕੇਸ ਮਜੀਠੇ ਦੇ ਖਿਲਾਫ ਹੋਰ ਦਰਜ ਕਰ ਲਿਆ ਗਿਆ। ਉਹ ਕਾਹਦਾ ਬਾਈ? ਇਹਨਾਂ ਨੇ 4-5 ਕੇਸ ਦੇ ਖਿਲਾਫ ਦਰਜ ਕਰਨੇ ਆ। ਇਹਨਾਂ ਦੀ ਕੋਸ਼ਿਸ਼ ਹੋਈ ਵੀ ਉਹ ਬਾਹਰ ਨਾ ਆਵੇ। ਸਿੱਧੂ ਕਹਿੰਦਾ ਸੀ ਮੈਂ ਗ੍ਰਹਿ ਮੰਤਰੀ ਹੁੰਦਾ ਤੇ ਮੈਂ ਇਹਨੂੰ ਚੰਗਿਆ ਹੁੰਦਾ ਅੰਦਰ। ਸਿੱਧੂ ਦੀਆਂ ਇਹ ਜਿਹੜੀਆਂ ਬਾਈਟਾਂ ਦੇ ਰਿਹਾ ਮੈਂ ਉਹ ਕਰ ਦੂੰਗਾ, ਮੈਂ ਵੇਖੋ DGP ਲਾਤਾ ਤੇ ਮਜੀਠੇ ਅੰਦਰ ਕੀਤਾ ਕਿ ਨਹੀਂ ਕੀਤਾ। ਮੈਂ ਜਿਹੜਾ ਸੀ ਆਪਣਾ ਬਦਲਾਤਾ, ਉਹ ਐਡਵੋਕੇਟ ਜਨਰਲ ਤੇ ਉਹਨੇ ਆਪਣੀ ਫੀਚਰ ਕੀਤੀ ਕਿ ਨਹੀਂ ਕੀਤੀ, ਉੱਥੇ ਆਪਣੀ ਬਹਿਸ ਕੀਤੀ ਕਿ ਨਹੀਂ ਕੀਤੀ ਉਹਨੇ। ਮਤਲਬ ਇਹ ਗੱਲਾਂ ਜਿਹੜੀਆਂ ਜਦੋਂ ਅਗਲੇ ਬਹਿਸ ਇਹ ਗੱਲਾਂ ਜਾ ਕੇ ਦੇਣਗੇ ਨਾ ਉਹ ਕੋਰਟ ਦੇ ਵਿੱਚ, ਦੇਖੋ ਜੀ ਇਹਨਾਂ ਦਾ ਪ੍ਰਧਾਨ ਇਹ ਕਹਿ ਰਿਹਾ ਉਹਨੂੰ ਬਕਾਇਦਾ ਤੌਰ ਤੇ ਇਹਦਾ ਜਿਹੜਾ ਉਹ ਬੈਨੀਫਿਟ ਮਿਲ ਸਕਦਾ। ਬਦਲਾ ਲਓ ਨੀਤੀ ਹੈ ਜੀ, ਬਿਲਕੁਲ ਬਦਲਾ ਨੂੰ ਮਿਲਦੀ ਹੈ। ਹੁਣ ਇਹਦੇ ਖਿਲਾਫ ਵੀ ਇੱਕ ਕੇਸ ਹੋਰ ਦਰਜ ਹੋ ਗਿਆ। ਉਹਨੇ ਜ਼ਮੀਨ ਦਾ ਕੋਈ ਕੇਸ ਆ ਜਿਹੜਾ ਮਜੀਠੇ ਦਰਜ ਹੋਇਆ, ਉਹਦੀ ਕਾਪੀ ਜੇ ਮਿਲੀ ਨਹੀਂ, ਮਿਲੂਗੀ ਤੇ ਫਿਰ ਵਿਚਾਰ ਕਰ ਲਾਂਗੇ। ਤੇ ਹੋਰ ਵੀ 1-2 ਕੇਸ ਦਰਜ ਕਰ ਰਹੇ ਨੇ ਇਹਦੇ ਖਿਲਾਫ, ਬੜੇ ਖਤਰਨਾਕ ਕੇਸ ਜੀ। ਇਹਨਾਂ ਦੀ ਕੋਸ਼ਿਸ਼ ਸੀ ਵੀ ਉਹਨੂੰ ਬਾਹਰ ਨਾ ਨਿਕਲ ਦਿੱਤਾ ਜਾਵੇ। ਅੱਗੇ ਉਹਦੀ ਕਿਸਮਤ ਵੈਸੇ ਵੀ ਜੇ ਐਂਟੀ ਸਪਿਟਰੀ ਬੇਲ ਆ, ਐਂਟੀ ਸਪਿਟਰੀ ਬੇਲ ਚ ਕਹਿ ਦਿੰਦੇ ਕਿ ਜਾਓ ਤੁਹਾਨੂੰ ਪੁਲਿਸ ਅਰੈਸਟ ਨਹੀਂ ਕਰੂਗੀ, ਜਾ ਕੇ ਤੁਸੀਂ ਸ਼ਾਮਲ ਤਫਤੀਸ਼ ਹੋ ਜਾਓ। ਸ਼ਾਮਲ ਤਫਤੀਸ਼ ਦੇ ਵਿੱਚ ਜਿਹੜੀ ਸਿੱਟ ਆ ਉਹ ਜਾ ਕੇ ਕੋਰਟ ਨੂੰ ਜੇ ਕਹਿ ਦਿੰਦੀਆਂ ਨਹੀਂ ਕਿ ਸਾਨੂੰ ਇਹ ਸਹਿਯੋਗ ਨਹੀਂ ਕਰ ਰਿਹਾ ਪੁੱਛ ਪੜਤਾਲ ਚ, ਸਾਨੂੰ ਇਹਦਾ ਰਿਮਾਂਡ ਦਿੱਤਾ ਜਾਵੇ, ਤੇ ਕੋਰਟ ਨੂੰ ਰਿਮਾਂਡ ਦੇਣਾ ਪਊਗਾ। ਰਿਮਾਂਡ ਤੋਂ ਬਾਅਦ ਜੇ ਉਹ ਕੋਰਟ ਕਹਿੰਦੀ ਜੀ ਇਹਦੇ ਕੋਲ ਇਹ ਬਰਾਬਰ ਕੀਤਾ, ਇਹਦੀ ਜ਼ਮਾਨਤ ਕੈਂਸਲ ਕੀਤੀ ਜਾਵੇ, ਕੋਰਟ ਕੈਂਸਲ ਵੀ ਕਰ ਸਕਦੀ ਮੁੜ ਕੇ। ਇਸ ਕਰਕੇ ਐਂਟੀ ਸਪਿਟਰੀ ਬੇਲ ਵੀ ਬੜੀ ਸੋਚ ਸਮਝ ਕੇ ਦੇ ਰਹੀ ਹੈ ਬੀਬੀ, ਜੇ ਦੇਣਾ ਵੀ ਆ
ਅਲੀਜ਼ਾ ਗਿੱਲ ਜਿਹੜੀ ਉਹ ਇੱਕ ਸਬਰਾੜ ਜਿਹੜੇ 2011 ਚ SGPC ਚੋਣਾਂ ਕਰਾਈ ਸੀ, ਗੁਰਦੁਆਰਾ ਚੋਣ ਦੇ ਚੇਅਰਮੈਨ ਸਨ ਜੀ। ਉਹਨਾਂ ਸਾਡੇ ਦੀ ਬੇਟੀ 10 ਮਿੰਟ ਨੇ, 10 ਮਿੰਟਾਂ ਦੇ ਵਿੱਚ ਇੱਕ ਤਾਂ ਹੋਰ ਭਾਰਤੀ ਵਿਆਹੁਤਾ ਨੂੰ ਇਸ਼ਕ ਦਾ ਚੜਿਆ ਬੁਖਾਰ, ਰੱਬਾ ਹੁਣ ਕੀ ਕਰੀਏ। ਇਹ ਬਾਊ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਿਹਾ ਸੀ, ਪੁਲਿਸ ਨੇ ਬਾਊ ਕਾਬੂ ਕਰ ਲਿਆ। ਬਿਲਕੁਲ ਬਿਲਕੁਲ। ਹਾਂਜੀ, ਵੈਸੇ ਕੀ ਕਹਿਣਾ ਚਾਹੋਗੇ? ਇਹ ਬੀਬੀ ਹੈਗੀ ਹੈ ਜੀ ਬੇਸਿਕਲੀ ਰਾਜਸਥਾਨ ਦੀ ਰਹਿਣ ਵਾਲੀ। ਅੱਛਾ, ਕੱਲ ਹੋਰ ਆ ਵੀਰ ਕੱਲ ਗੱਲ ਕਰ ਰਿਹਾ ਸੀ, ਕਹਿੰਦਾ ਜੇ ਮੋਦੀ ਸਾਹਿਬ ਨੇ ਡਾਵੜਾ ਹੁੰਦਾ ਤੇ ਸੰਗੇ ਬਾਊ ਦੀ ਤਾਂ TRP ਬੜੀ ਚੱਲ ਜਾਣੀ ਸੀਗੀ। ਚੱਲ ਜਾਣੀ ਮੋਦੀ ਸਾਹਿਬ ਦੀ ਯੂਟਰਨ ਨੇ ਸੰਗੇ ਬਾਊ ਦੀ ਜਿਹੜੀ ਆ ਨਾ, ਉਹ ਵੇਖੋ ਜਿਹੜੇ ਜੋਬਾਂ ਪੱਕੀਆਂ ਕਰਦੀ ਸੀਗੀ, ਜਿਹੜੀ ਉਹ ਸਾਰਾ ਰੋਕ ਕੇ ਰੱਖ ਦਿੱਤਾ ਨੇ, ਤੇ ਉਹਦੀ TRP ਮਿਲੀਅਨਸ ਦੇ ਵਿੱਚ ਹਿੱਟ ਹੋਣੇ ਸੀ ਉਹਨੂੰ। ਖੈਰ ਐਨੀਵੇ ਮਾੜੀ ਗੱਲ ਆ ਜੀ। ਕੀ ਕਹਿਣਾ ਚਾਹੋਗੇ ਜਿਹੜਾ ਸਵਾਲ ਪੁੱਛਿਆ ਮੈਂ? ਇਹ ਤੀਸਰੀ ਬੀਬੀ ਹੈ ਜੀ। ਅੱਛਾ ਜੀ, ਤੀਸਰੀ ਕਿ ਚੌਥੀ। ਪਹਿਲੀ ਬੇਬੀ ਜਿਹੜੀ ਬਿੱਲ ਗਈ ਸੀ ਕਿਰਨਵਾਲਾ ਗਈ ਸੀਗੀ, ਜਿਹੜੀ ਮੁੜ ਕੇ ਪਾਕਿਸਤਾਨ ਤੇ ਮੁੜ ਕੇ ਆਪਣੇ ਸ਼ੌਹਰ ਨਾਲ ਉਹ ਸਾਊਦੀ ਅਰਬ ਪੁੱਜ ਗਈ। ਦੂਸਰੀ ਬੀਬੀ ਪਿਛਲੇ ਜਥੇ 'ਚ ਗਈ ਸੀ, ਜਥੇ ਨਾਲ ਟੁੱਟ ਕੇ ਤੇ ਬਕਾਇਦਾ ਤੌਰ ਤੇ ਉਹਨੇ ਆਪਣੇ ਨਿਕਾਹ ਕਰਾ ਲਿਆ। ਵਾਹ, ਗੁੰਗਾ ਪਤੀ ਹੈ। ਨਿਕਾਹ ਕਰਾਉਣ ਤੋਂ ਬਾਅਦ ਉੱਥੋਂ ਦੀ ਕੋਰਟ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ, ਉਹਨੇ ਕਿਹਾ ਵਾਪਸ ਜਾਓ। ਤੇ ਏਜੰਸੀਆਂ ਨੇ ਵੀ ਕਿਹਾ ਤਾਂ ਬੀਬੀ ਤੈਨੂੰ ਵਾਪਸ ਜਾਣਾ ਪੈਣਾ। ਬੱਚਿਆਂ ਵਾਲੀ ਸੀ ਬਕਾਇਦਾ ਤੌਰ ਤੇ, ਪਰਿਵਾਰ ਨਾਲ ਸੀ ਜਦੋਂ ਗਈ। 2 ਦਿਨ ਲੱਭੀ ਨਹੀਂ, ਪਰਿਵਾਰ ਨੇ ਲੱਭਦੇ ਰਹੇ ਕਿੱਥੇ ਨੇ। ਤੀਜੇ ਦਿਨ ਪਤਾ ਲੱਗਾ ਕਿ ਉਹ ਨਿਕਾਹ ਕਰਾ ਬੈਠੀ। ਹੁਣ ਇਹ ਬੀਬੀ ਬਕਾਇਦਾ ਤੌਰ ਤੇ ਰਾਜਸਥਾਨ ਦੀ ਰਹਿਣ ਵਾਲੀ ਤੇ ਆਗਰੇ ਵਿਆਹੀ ਹੈ, ਤੇ ਇਹਦਾ 2.5 ਸਾਲ ਦਾ ਇੱਕ ਬੇਟਾ ਵੀ ਹੈ। ਇਹਦਾ ਜਿਹੜਾ ਘਰ ਵਾਲਾ ਉਹ ਪ੍ਰਾਈਵੇਟ ਜੌਬ ਵੀ ਕਰਦਾ ਵਾ, ਪੈਸੇ ਚੰਗੇ ਕਮਾਉਂਦਾ ਵਾ, ਇਹ ਮਨੀ ਨਹੀਂ ਕਮਾਉਂਦਾ। 5 ਪੜ੍ਹੀ ਹੈ ਬੀਬੀ। ਲੁੱਡੋ ਖੇਡਦੀ ਸੀ, ਲੁੱਡੋ ਖੇਡਦੀ ਪਾਕਿਸਤਾਨ ਦੇ ਕਲੀ ਨਾਂ ਦੇ ਮੁੰਡੇ ਨਾਲ ਜਿਹੜੀ ਸੀ ਉਹਦੇ ਕੰਟੈਕਟ 'ਚ ਆ ਗਈ। ਤੇ ਉਹਨੇ ਇਸ ਤਰੀਕੇ ਨਾਲ ਫਰਮਾਇਆ, ਤੂੰ ਕਹਿੰਦਾ ਅੱਜ ਤੋਂ 10 ਦਿਨ ਪਹਿਲਾਂ ਫਿਰ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ, ਮੈਂ ਤੇਰੇ ਨਾਲ ਨਿਕਾਹ ਕਰਨਾ ਚਾਹੁੰਦਾ। ਉਹ ਕਹਿੰਦੀ ਫਿਰ ਕਹਿੰਦੀ ਤੂੰ ਬੱਸ ਫੜ ਕੇ ਅੰਮ੍ਰਿਤਸਰ ਆ ਜਾ, ਅੰਮ੍ਰਿਤਸਰ ਤੋਂ ਅਟਾਰੀ ਆ ਜੀ, ਅੱਗੇ ਮੈਂ ਆਊਗਾ ਤੈਨੂੰ ਮੈਂ ਲੈ ਜਾਊਗਾ। ਕਿਆ ਬਾਤ ਹੈ। ਉਹਨੇ ਇੰਨੀ ਗੱਲ ਕਹੀ। ਇਹ ਬੀਬੀ ਅੰਮ੍ਰਿਤਸਰ ਆ ਗਈ। ਅੰਮ੍ਰਿਤਸਰ ਆ ਕੇ ਜਿਹੜੀ ਸੀ ਮੰਗਲਵਾਰ ਬਕਾਇਦਾ ਤੌਰ ਤੇ ਇਹ ਜਲਿਆਂਵਾਲੇ ਬਾਗ ਦੇ ਲਾਗੇ ਪੁੱਛਦੀ ਕਰਦੀ ਸੀ ਉਹਨਾਂ ਨੂੰ, ਆਪਣੇ 3 ਵਿੰਦਰਾਂ ਵਿੱਚ ਸਵੇਰੇ ਵੀ ਤੁਸੀਂ ਜਾਣਾ ਅਟਾਰੀ ਜਾਣਾ? ਉਹ ਕਹਿੰਦਾ ਨਹੀਂ ਬੀਬੀ ਅੱਜ ਨਹੀਂ ਜਾਣਾ, ਕੰਮ ਨੂੰ ਜਾਂਦੇ ਹੋ। ਉਹ ਕੁਦਰਤੀ ਇਹ ਫਿਰ ਰੁਆਸੀ ਜੀ ਹੋ ਗਈ ਉਸ ਤਰ੍ਹਾਂ ਦੀ। ਤੇ ਉੱਥੇ ਜਿਹੜੀ ਪੁਲਿਸ ਡਿਊਟੀ ਤੇ ਸੀ ਸਿਵਲ ਯੂਨੀਫਾਰਮ ਤੋਂ ਸ਼ੱਕ ਪਿਆ ਵੀ ਇਹ ਕਹਾਣੀ ਕੁਝ ਹੋਰ ਹੈਗੀ। ਨਾਲ ਲੇਡੀ ਪੁਲਿਸ ਸੀ, ਲੇਡੀ ਪੁਲਿਸ ਨੇ ਭਰਮਾ ਭਨੂਕੇ ਉਹਨੂੰ ਥਾਣੇ ਲੈ ਗਏ। ਥਾਣੇ ਜਾ ਕੇ ਸਾਰੀ ਕਹਾਣੀ ਪੁੱਛੀ ਤੇ ਉਹਨੇ ਦੱਸੀ ਗੱਲ ਕਿ ਮੇਰਾ ਜਿਹੜਾ ਪਾਕਿਸਤਾਨੀ ਮੁੰਡਾ ਸੀ ਉਹਦੇ ਨਾਲ ਇਸ਼ਕ ਹੋ ਗਿਆ ਸੀ, ਇਸ਼ਕ ਕਰਕੇ ਮੈਨੂੰ ਉਹਨੇ ਆਹ ਜੋ ਕੁਛ ਕਿਹਾ ਤੁਸੀਂ ਤਰੀਕੇ ਨਾਲ ਮੈਂ ਇੱਥੇ ਆ ਗਈ ਹਾਂ ਤੇ ਮੈਂ ਉਹਨਾਂ ਨਾਲ ਨਿਕਾਹ ਕਰਨਾ ਚਾਹੁੰਦੀ ਹਾਂ, ਸ਼ਾਦੀ ਕਰਨਾ ਚਾਹੁੰਦੀ। ਫਿਰ ਉਹ ਬੀਬੀ ਨੂੰ ਸਮਝਾਇਆ, ਥਾਣੇ 'ਚ ਪਾਇਆ, ਉਹਦੇ ਪਰਿਵਾਰ ਨੂੰ ਬੁਲਾਇਆ ਤੇ ਬੀਬੀ ਨੂੰ ਉਹਦੇ ਹੈਂਡਓਵਰ ਕਰਤਾ, ਲਓ ਵੀ ਆਪਣੀ ਬੀਬੀ ਲੈ ਜਾਓ। ਅਸੀਂ ਤੇ ਅਟਾਰੀ ਨਹੀਂ ਲੱਗਣ ਦਿੱਤੀ। ਹੁਣ ਤੁਸੀਂ ਦੇਖੋ ਕਿਤੇ ਬੰਗਲਾਦੇਸ਼ ਚਲੀ ਜਾਂਦੀ ਹੈ ਜੀ। ਚਲੋ, ਕਾਲਰ ਨੇ ਮੇਰੇ ਨਾਲ ਮਿੰਟ ਆਪਣੇ ਕੋਲ 6 ਆ ਅੱਜ ਨਾਵਾ, ਪਹਿਲਾਂ ਮੈਂ ਸੁਣਾ ਦੇਵਾਂ। ਕਹਿੰਦੇ ਕਿ ਚੜ੍ਹਦੀ ਗੁੱਡੀ ਤਾਂ ਮੰਗਣਗੇ ਸਭ ਸਿਹਰਾ। ਭੱਟੀ ਸਾਹਿਬ, ਬਿਲਕੁਲ ਜੀ ਬਿਲਕੁਲ। ਚੜ੍ਹਦੀ ਗੁੱਡੀ ਤਾਂ ਮੰਗਣਗੇ ਸਭ ਸਿਹਰਾ, ਲੱਗ ਜਾਏ ਠੇਡਾ ਤਾਂ ਟਾਲ ਦੇ ਗੱਲ ਮੀਆਂ, ਜ਼ਿੰਮੇਵਾਰੀ ਦੀ ਹੁੰਦੀ ਫਿਰ ਜਦੋਂ ਚਰਚਾ, ਤੇ ਕਰਦੇ ਉਂਗਲਿਆ ਦੂਜਿਆਂ ਵੱਲ ਮੀਆਂ। ਆਖਣਾ ਸੱਚ ਤਾਂ ਬਾਹਲੀ ਔਖ ਹੁੰਦੀ, ਆਖਣਾ ਸੱਚ ਤਾਂ ਬਾਹਲੀ ਔਖ ਹੁੰਦੀ। ਪੁੱਛ ਕੇ ਵੇਖੋ ਸਾਡੇ ਕੋਲ ਸੱਚ ਕਿਵੇਂ ਬੋਲੀਦਾ, ਮੁਸ਼ਕਲਾਵਾਂ ਕਿਵੇਂ ਹੁੰਦੀਆਂ ਨੇ, ਕਿਵੇਂ ਟੁੱਟਦੇ ਨੇ। ਆਖਣਾ ਸੱਚ ਤਾਂ ਬਾਹਲੀ ਔਖ ਹੁੰਦੀ, ਤੇ ਬਣਨਾ ਬਿੱਲੀ ਨੂੰ ਜਿਦਾਈ ਟੱਲ ਮੀਆਂ। ਹਰ ਕੋਈ ਟੂਕ ਟਕੋਰ ਜਿਹੀ ਕਰੀ ਜਾਵੇ ਤੇ ਲੈਂਦੀ ਵੇਖੋ ਫਿਰ ਵਾਲ ਦੀ ਖੱਖਾ ਖੱਲ ਮੀਆਂ। ਹਾਂਜੀ 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 ਹਾਂ ਜੀ 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 ਹਾਂਜੀ ਹਾਂਜੀ ਦਾ ਰਟਨ ਹੈ ਯਾਰੋ ਬਹੁਤ ਵਧੀਆ। ਔਕੜਾਂ ਕਦੀ ਨਾ ਸਾਹਮਣੇ ਆਉਣ ਮੀਆਂ, ਬਸ ਤਲਵੇ ਚੱਟਣੇ ਚਾਹੀਦੇ ਜਿਹੜੇ ਸਿੱਕੇ ਹਾਂਜੀ ਦਾ ਰਟਨ ਮੰਤਰ, ਟੋਟਕਿਆਂ ਨਾਲ ਹੀ ਸਮਾਂ ਟਪਾਉਣ ਮੀਆਂ, ਪਰ ਪਬਲਿਕ ਹੈ ਸਭ ਜਾਣਤੀ ਹੈ। ਹਾਂਜੀ, ਵੈਲਕਮ ਜੀ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਕੁਐਸਚਨ ਹੈ ਜੀ ਭੱਟੀ ਸਾਹਿਬ ਨੂੰ, ਕੋਈ ਜ਼ਿਲ੍ਹਿਆਂ ਵਾਲੇ ਬਾਗ ਬਾਰੇ ਅਪਡੇਟ ਹੈ ਜੋ ਉੱਥੇ ਛੇੜਛਾੜ?
ਉਹ ਤਾਂ ਵੀਰੇ ਬੜੀ ਪੁਰਾਣੀ ਗੱਲ ਹੋ ਗਈ, ਉਹ ਤਾਂ ਬੜਾ ਵਰਕ ਕਰ ਲਿਆ ਹੋ ਤੇ ਆਪਾਂ। ਹਾਂਜੀ, ਫਿਰ ਵੀ ਜਲਿਆਂਵਾਲੇ ਬਾਗ ਬਾਰੇ ਕੋਈ ਛੇੜਛਾੜ ਸੀਗੀ? ਬਿਲਕੁਲ ਜੀ, ਜਲਿਆਂਵਾਲੇ ਬਾਗ ਬਾਰੇ ਕਾਫੀ ਛੇੜਛਾੜ ਆ, ਲੇਕਿਨ ਜਥੇਬੰਦੀਆਂ ਲੱਗੀਆਂ ਨੇ। ਕੱਲ ਵੀ ਇੱਥੇ ਬਕਾਇਦਾ ਤੌਰ ਤੇ ਮੈਂ ਮੁਜ਼ਾਹਰਾ ਵੀ ਕੀਤਾ ਤੇ ਮੰਗ ਪੱਤਰ ਵੀ ਦਿੱਤਾ ਵੀ ਜਿਹੜੀ ਗਲੀ ਦੇ ਵਿੱਚ ਮੂਰਤੀਆਂ ਲਾਈਆਂ ਤੁਸੀਂ, ਉਹ ਗਲੀ ਦੀ ਜਿਹੜੀ ਅਸਲੀ ਗਲੀ ਦੀ ਛਾਣ ਵਗਾੜੀ, ਇਹਨਾਂ ਨੂੰ ਹਟਾਓ। ਜੇ ਧਰਮ ਸਿੰਘ ਮਾਰਕੀਟ ਦੇ ਨਚਾਰਾਂ ਦੀਆਂ ਮੂਰਤਾਂ ਢਾਈਆਂ ਜਾ ਸਕਦੀਆਂ ਤੇ ਕਿਉਂ ਨਹੀਂ ਜਾ ਸਕਦੀਆਂ? ਲੇਕਿਨ ਹਾਰ ਦੀ ਘੜੀ ਭਾਜਪਰੀ ਅੜੇ ਨੇ ਵੀ ਨਹੀਂ ਵੀ ਜਿੰਨੀ ਢਾਉਣੀਆਂ ਅਸੀਂ। ਉਮੀਦ ਆ ਵੀ ਕਿਸੇ ਦਿਨ ਫਿਰ ਵੱਡੇ ਲੈਵਲ ਤੇ ਜਿਸ ਦਿਨ ਕਿਤੇ ਮੁਜ਼ਾਹਰਾ ਹੋਊਗਾ ਤੇ ਫਿਰ ਆਪੇ ਕਹਿਣਗੇ ਵੀ ਢਾ ਦਿੰਦੇ, ਕੋਈ ਗੱਲ ਨਹੀਂ ਅਸੀਂ। ਲੇਕਿਨ ਉਹਦੀ ਦਿੱਖ ਨਹੀਂ ਵਿਗਾੜੀ ਜਾਣੀ ਚਾਹੀਦੀ। ਕਾਫੀ ਹੱਦ ਤੱਕ ਦਿੱਖ ਵਿਗਾੜੀ ਗਈ ਉਹਦੀ ਜੀ, ਉਹ ਨਹੀਂ ਵਿਗਾੜੀ ਜਾਣੀ ਚਾਹੀਦੀ ਸੀ। ਉਹਦਾ ਅਸਲੀ ਉਹੀ ਆਕਾਰ ਰਹਿਣਾ ਚਾਹੀਦਾ ਸੀ ਜੀ। ਜਿਹੜੇ ਬੰਦੇ ਨੂੰ ਜੇ ਕਿਤੇ ਉਹ ਜਿੰਦਾ ਹੁੰਦਾ, ਜਿਹੜੇ ਬੰਦੇ ਨੂੰ ਇਹ ਇੱਕ ਮਿਲਿਆ ਸੀਗਾ ਮਹਾਰਾਜ ਰਣਜੀਤ ਸਿੰਘ ਦਿੱਤਾ ਸੀ ਜੱਲੇ ਨੂੰ, ਜੱਲਾ, ਤੇ ਜੋ ਉਹ ਅੱਜ ਆ ਕੇ ਵੇਖਦਾ ਹੁੰਦਾ ਤੇ ਉਹ ਕਹਿੰਦਾ ਵਾਹ ਕਿਆ ਬਾਤ ਹੈ, ਮੈਨੂੰ ਇਨਾਮ ਚ ਮਿਲਿਆ ਸੀ। ਤੇ ਇਨਾਮ ਵਾਲੇ ਵਿੱਚ ਜਿਹੜਾ ਸੀ ਇੱਕ ਖੂਨੀ ਜੰਗ ਹੋਈ, ਉਹਨੇ ਜੱਲੇ ਨੇ ਝੱਲਾ ਹੋ ਜਾਣਾ ਸੀ, ਝੱਲਾ ਹੋ ਜਾਣਾ ਸੀ। ਕਰੋਨਾ ਦਾ ਕਹਿਰ ਵੱਧ ਰਿਹਾ ਹੈ। ਸ੍ਰੀ ਅੰਮ੍ਰਿਤਸਰ ਦੇ ਵਿੱਚ ਮਰੀਜ਼ ਮਿਲੇ ਨੇ 131 ਤੋਂ ਉੱਤੇ। ਵੈਸੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹਵਾਈ ਸਫ਼ਰ ਦੀਆਂ ਪਾਬੰਦੀਆਂ ਵੀ ਚਾਲੂ ਹੋ ਗਈਆਂ ਨੇ। ਵੱਖ-ਵੱਖ ਦੇਸ਼ਾਂ ਨੇ ਇਤਿਹਾਸ, ਸਾਡੇ ਇੱਥੇ ਅੱਜ ਕੱਲ੍ਹ ਤੋਂ ਸ਼ੁਰੂ ਹੋ ਗਿਆ ਜੀ 50% ਕਪੈਸਿਟੀ। ਸਾਡੇ ਵੈਸੇ ਹੀ ਸਾਹ ਸੂਤੇ ਨੇ ਮੀਡੀਆ ਵਾਲਿਆਂ ਦੇ ਕਿ ਪੇਮੈਂਟ ਕਿਵੇਂ ਕਰਨੀ ਹੈ, ਕਿਵੇਂ ਕਲੈਕਸ਼ਨ ਕਰਨ ਜਾਵਾਂ, ਕਿਹੜੇ ਮੂੰਹ ਨਾਲ ਜਾਵਾਂਗੇ। ਇਟਲੀ ਤੋਂ ਆਈਆਂ 125 ਸਵਾਰੀਆਂ ਕਰੋਨਾ ਪੋਜ਼ਿਟਿਵ। ਸਵਾਰੀਆਂ ਨੇ ਕੀਤਾ ਹੰਗਾਮਾ, ਇਟਲੀ ਤੋਂ ਨੈਗੇਟਿਵ ਰਿਪੋਰਟ ਲੈ ਕੇ ਆਏ ਹਨ। ਕੀ ਹੈ ਮਾਮਲਾ? ਬਿਲਕੁਲ ਜੀ, ਏਅਰਪੋਰਟ ਤੇ ਜਿਹੜੀ ਆਇਆ ਬਕਾਇਦਾ ਤੇ ਜਹਾਜ਼ ਆਇਆ, ਉੱਥੇ ਉਤਰਿਆ ਵਾ, ਪਲੇਨ ਉਤਰਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਹੁਣੇ ਤੇ ਕੁਝ ਘੰਟੇ ਪਹਿਲਾਂ ਉੱਥੋਂ ਆਏ, 48 ਘੰਟੇ ਕਿੰਨੇ ਘੰਟੇ ਪਹਿਲਾਂ ਚੱਲੇ ਉੱਥੋਂ ਅਸੀਂ, 72 ਘੰਟੇ ਪਹਿਲਾਂ ਸਾਡੀ ਟੈਸਟਿੰਗ ਹੋਈ ਆ ਤੇ ਫਿਰ ਸਾਨੂੰ ਅਗਲੇ ਜਹਾਜ਼ 'ਚ ਬੰਨ ਦਿੱਤਾ। ਆਹ ਸਾਡੇ ਟੈਸਟਿੰਗ ਰਿਪੋਰਟ ਹੈ। ਕੀ ਗੱਲ ਸਾਨੂੰ ਉਹਦੇ ਵਿੱਚ ਜਹਾਜ਼ ਬਿਠੇ ਤੇ ਕੋਰੋਨਾ ਹੋ ਗਿਆ ਜੀ ਜਲਦੀ? ਆਖਰਕਾਰ ਕੋਈ ਟਾਈਮ ਲੱਗਦਾ। ਤੁਸੀਂ ਜਿਹੜੇ ਭਾਈ 135 ਸਵਾਰੀਆਂ ਇਹ ਤੇ 125 ਤੁਸੀਂ ਕੱਢਤਾ ਤੇ ਕਰੋਨਾ ਪੀੜਿਤ ਨੇ। ਉਹ ਭਾਈ ਤੁਸੀਂ ਆਪਣੀ ਕਿੱਟ ਚੈੱਕ ਕਰੋ, ਅਸਲੀ ਕਿ ਨਕਲੀ ਹੈ। ਉੱਥੇ ਕਾਫੀ ਹੰਗਾਮਾ ਹੋਇਆ। ਮੁੜ ਕੇ ਅਧਿਕਾਰੀ ਆਏ, ਅਧਿਕਾਰੀ ਕਹਿੰਦੇ ਅਸੀਂ ਵੇਖਦੇ। ਉਹ ਕਹਿੰਦੇ ਚਲੋ ਠੀਕ ਆ, ਅਸੀਂ ਮੰਨ ਲਿਆ ਕਰਾਉਣਾ, ਸਾਨੂੰ ਘਰ ਜਾਣ ਦਿਓ, ਅਸੀਂ ਆਪਣੇ ਘਰ ਦੇ ਵਿੱਚ ਇਹਨਾਂ ਮਰੀਜ਼ਾਂ ਨੂੰ ਕੁਆਰੰਟਾਈਨ ਕਰਾਂਗੇ ਅਸੀਂ। ਉਸ ਤੋਂ ਬਾਅਦ ਅਸੀਂ ਗੱਲਬਾਤ ਚੱਲ ਰਹੀ ਸੀ, ਜੋ ਆਪਾਂ ਗੱਲ ਕਰ ਰਹੇ ਹਾਂ ਤਾਂ ਅਜੇ ਪਤਾ ਨਹੀਂ ਕੀ ਬਣਿਆ ਕੀ ਨਹੀਂ। ਸਵੇਰੇ 7 ਵਜੇ ਲੋਕ ਆਏ ਨੇ, ਭੁੱਖੇ ਤੇ ਬੈਠੇ ਨੇ, ਬੱਚੇ ਦੁੱਧ ਵਿਕਦੇ ਫਿਰਦੇ ਆ, ਉੱਥੇ ਕੋਈ ਪ੍ਰੋਪਰ ਕੋਈ ਪ੍ਰਬੰਧ ਨਹੀਂ ਹੈਗਾ। ਇਸ ਕਰਕੇ ਉਹ ਪਰਿਵਾਰ ਵਾਲੇ ਕਹਿੰਦੇ ਕਿ ਸਾਨੂੰ ਆਗਿਆ ਦੇ ਦਿਓ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਜਾ ਕੇ ਅਸੀਂ ਜੋ ਨਹੀਂ ਤੇ ਸਾਡਾ ਬੰਦਾ ਭੇਜੋ, ਤੁਸੀਂ ਜਾ ਕੇ ਵੇਖ ਲਈ ਸੀ ਕੁਆਰੰਟਾਈਨ ਕਰਨਾ, ਉਹ ਜਗ੍ਹਾ ਵੇਖ ਲਈ ਇੱਥੇ ਕਰਨਾ ਸੀ, ਕਰ ਦੇਂਗੇ ਜੀ। ਪੱਟੀ ਸਾਹਿਬ ਵੈਸੇ ਪਰੇਸ਼ਾਨ ਨਾ ਕਰੋ ਜੀ। ਵੈਸੇ ਗੱਲ ਇਹ ਹੈ ਕਿ ਇੱਕ ਬੀਬੀ ਸੀ, ਉਹਨੇ ਆਪਣੇ ਟੈਸਟ ਕਰਾ ਕੇ ਜਹਾਜ਼ 'ਚ ਬੈਠੀ। ਆਪਾਂ ਰੀਸੈਂਟਲੀ ਖਬਰ ਸੁਣਾ ਕੇ ਹਟੇ ਲਾਸਟ ਵੀਕ ਦੀ। ਜਦੋਂ ਉਹ ਅੱਧੇ ਘੰਟੇ 2 ਘੰਟੇ ਬਾਅਦ ਉਹਨੇ ਵੇਖਿਆ ਕਿ ਮੇਰੇ ਗਲੇ 'ਚ ਖਰਾਸ਼ ਹੋ ਰਹੀ ਆ, ਉਹਨੇ ਰੈਪਿਡ ਟੈਸਟ ਕੀਤਾ ਤੇ ਉਹ ਵਾਸ਼ਰੂਮ ਦੇ ਵਿੱਚ 3-4 ਘੰਟੇ ਜਿੰਨਾ ਚਿਰ ਫਲਾਈਟ ਉੱਡਦੀ ਰਹੀ ਉਹ ਬੈਠੀ ਰਹੀ। ਉਹਨੇ ਕਹਿ ਦਿੱਤਾ ਕਿ ਮੈਨੂੰ ਹੋ ਗਿਆ। ਕਿਸੇ ਵੇਲੇ ਹੋ ਵੀ ਸਕਦਾ, ਪਰ ਜਿਹੜੀ ਤੁਸੀਂ ਗੱਲ ਕੀਤੀ 125 ਜੇ ਹੋ ਹੀ ਗਿਆ ਤੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਤਿਹਾਸ ਦੇ ਵਜੋਂ ਜਾ ਕੇ ਇਕਾਂਤਵਾਸ ਰਹਿਣਾ, ਤਾਂ ਉਹਨਾਂ ਨੂੰ ਜਾਣ ਦਿਓ ਘਰੇ। ਜੀ ਨਾ ਖੈਰ ਸਮਾਂ ਸਾਡਾ ਹੋ ਗਿਆ। ਪੱਟੀ ਸਾਹਿਬ, ਪੰਜਾਬ ਦੀਆਂ ਮਿਰਚਾਂ ਨੇ ਅਰਬ ਦੇ ਦੇਸ਼ ਦੇ ਸ਼ੇਖ ਜਿਹੜੇ ਨੇ ਉਹ ਕੀਲੇ ਰਾਤ ਨੂੰ ਕਰਾਂਗੇ ਗੱਲਬਾਤ। ਆਪਾਂ ਇਕੱਠੇ ਹੀ ਆਗਿਆ ਲੈ ਲੈਣੇ ਆ। ਦੋਸਤੋ, ਉਹਨਾਂ ਵੀਰਾਂ ਨੂੰ ਦਿਓ ਛੁੱਟੀਆਂ, ਭੁੱਲਾਂ ਚੁੱਕਾਂ ਦੀ ਮਾਫੀ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।